सतनाम वाहिगुरु साहिब जीओ। बिलावल महला पंजवा। उदम करत आनंद पिया सिमरत सुख सार। जप जप नाम गोविंद का पूरण विचार। उदम करत आनंद पिया सिमरत सुख सार। जप जप नाम गोविंद का पूरण विचार। चरण कमल गुर के जपत हर जप हों जीवा। पार ब्रह्म आराधते मुख अमृत पीवा रहाओ। जी जानत सब सुख वसै सब कै मन लोच। पर उपकार नित चितवते नाहि कछ पोच। धन सो थान वसत धन जह जपिय नाम। कथा कीर्तन हर अत घना सुख सहज विश्राम। मन ते कदे न विसरै अनाथ को नाथ। नानक प्रभ शरणागति जाकै सब किश हाथ। मन ते कदे न विसरै अनाथ को नाथ। नानक प्रभ शरणागति जाकै सब किश हाथ। वाहिगुरु जी का खालसा वाहिगुरु जी की फतेह। गुरु प्यारी साध संगत जी, ये पावन शब्द जो सतगुरां ने हुक्म रूप दे विच बख्शिश कीता है, पंजवें पातशाह शहीदां दे सरताज धन धन सतगुरु गुरु अर्जन साहब महाराज जी का उचारण किया होया ये पावन शब्द बिलावल राग दे विच गुरु ग्रंथ साहब जी दे पावन अंक 815 ਅਤੇ 816 ਦੇ ਉੱਪਰ अंकित है। गुरु संगत जी, इस पावन शब्द का जो रहाओ का बंद है ਉਹਦੇ ਵਿੱਚ सतगुरु किरपा कर रहे। आओ सतगुरां की किरपा नाल विचार सांझी करन दा यतन करिए। सब कहते चरण कमल गुर के जपत हर जप हों जीवा। ये पावन शब्द जिहड़ा चरण है बाणी दे विच बहुत वारी आउंदा। कई वेले अज्ञानता के वस विच आके मनुख और चंगे भले लोग सतगुरु महाराज जी के चरणों में आउंदे आ ते गुरु साहब जी के मंजी के जिहड़े पावे हैं उन्होंने चरण समझते हैं। पर जो सतगुरु किरपा कर रहे हैं, कहते चरण कमल गुर के जपत। गुरु के चरणों नूं जपण का भाव की है कि गुरु के नाम नूं जपना, सतगुरु के नाम नूं ध्यान करना, उहनूं जपना, उहदी बाणी नूं पढ़ना ते जो उपदेश जो विचार उस नाम दे विच गुरु साहब महाराज बख्शिश करते आ उहनूं अपने जीवन दे विच धारण करना। क्योंकि सतगुरु हदायत करते आ बार बार बाणी दे विच कि अकाल पुरख परमेश्वर का नाम जपना है। पर यह भी नाल ये शब्द आपां पढ़ते हैं कि बार बार गुरु साहब महाराज जी बख्शिश करते आ चरण कमल। पर भुलेखा नहीं रहना चाहिए, परमात्मा दे नाम नूं ही परमात्मा दे चरण कहा गया है। असीं रोजाना ही पढ़ते हैं घर घर प्रणाम चित चरण ना।
ਸਾਹਿਬ ਕਹਿੰਦੇ ਚਰਨ ਕਮਲ ਗੁਰ ਕੇ ਜਪਤ, ਮੈਂ ਗੁਰੂ ਦੇ ਸੋਹਣੇ ਚਰਨਾਂ ਭਾਵ ਗੁਰੂ ਦੇ ਸੋਹਣੇ ਉਪਦੇਸ਼ਾਂ ਨੂੰ, ਗੁਰੂ ਦੇ ਨਾਮ ਨੂੰ ਆਰਾਧਦਾ ਹਾਂ, ਉਹਨੂੰ ਯਾਦ ਕਰਦਾ ਹਾਂ। ਤੇ ਕੀ ਪ੍ਰਾਪਤ ਹੁੰਦਾ ਹੈ? ਹਰ ਜਪ ਹਉ ਜੀਵਾ, ਮੈਂ ਉਹਨੂੰ ਜਪਦਾ ਤੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਗੁਰ ਚਰਨ ਕਮਲ ਗੁਰ ਕੇ ਜਪਤ, ਹਰ ਜਪ ਹਉ ਜੀਵਾ, ਉਹਨੂੰ ਜਪ ਕੇ ਮੈਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਆਤਮਿਕ ਜੀਵਨ ਮਿਲਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨਾ ਬਾਣੀ ਦੇ ਵਿੱਚ, ਰੋਜ਼ਾਨਾ ਹੀ ਪੜ੍ਹਦੇ ਆਖਾਂ ਜੀਵਾਂ ਬਿਸਰੇ ਮਰ ਜਾਓ। ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ, ਅਸੀਂ ਆਤਮਿਕ ਤੌਰ ਤੇ ਜੀਂਦੇ ਹਾਂ। ਜੇ ਗੁਰੂ ਪਿਆਰੇ ਭੁੱਲ ਜਾਂਦੇ ਹਾਂ ਤੇ ਅਸੀਂ ਆਤਮਿਕ ਤੌਰ ਤੇ ਮਰੇ ਹੋਏ ਹਾਂ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ। ਇੱਕ ਸਤਿਗੁਰੂ ਮਹਾਰਾਜ ਦੇ ਬਚਨ ਹੁੰਦੇ ਆ, ਕਹਿੰਦੇ ਭਾਈ ਪਹਿਲੀ ਗੱਲ ਤਾਂ 5 ਚੀਜ਼ਾਂ ਇੱਕ ਮਨੁੱਖ ਦੇ ਕੋਲ ਹੋ ਨਹੀਂ ਸਕਦੀਆਂ। ਹਾਂ ਚਲੋ ਮੰਨ ਲਓ ਇਹ 5 ਚੀਜ਼ਾਂ ਇੱਕ ਮਨੁੱਖ ਦੇ ਕੋਲ ਆ, ਪਰ ਜੇ ਇੱਕ ਚੀਜ਼ ਉਹਦੇ ਕੋਲ ਨਹੀਂ ਹੈ ਤੇ ਉਹ ਤਾਂ ਮਰਿਆ ਹੋਇਆ ਹੈ। ਹੁਣ 5 ਚੀਜ਼ਾਂ ਕਿਹੜੀਆਂ ਹਨ? ਸਾਹਿਬ ਕਹਿੰਦੇ ਅਤ ਸੁੰਦਰ, ਇੱਕ ਤਾਂ ਹੁੰਦਾ ਨਾ ਸੁੰਦਰ, ਬੜਾ ਸੋਹਣਾ ਲੱਗਦਾ, ਕਹਿੰਦੇ ਅਤੀ ਸੁੰਦਰ ਹੈ। ਅਤ ਸੁੰਦਰ, ਕੁਲੀਨ, ਬੜੀ ਵੱਡੀ ਕੁੱਲ ਦਾ ਮਾਲਕ ਹੋਵੇ, ਵੱਡਾ ਖਾਨਦਾਨ ਹੋਵੇ। ਚਤਰ, ਤੀਸਰਾ ਸਿਆਣਪ ਬਥੇਰੀ ਹੋਵੇ ਉਹਦੇ ਕੋਲ, ਚਤਰਾ ਬੜਾ ਹੋਵੇ। ਮੁਖ ਗਿਆਨੀ, ਚੌਥਾ ਮੁੱਖੋਂ ਗਿਆਨ ਦੀਆਂ ਗੱਲਾਂ ਕਰਦਾ ਹੋਵੇ, 2-2 ਘੰਟੇ 3-3 ਘੰਟੇ ਲੋਕਾਂ ਨੂੰ ਗਿਆਨ ਹੀ ਵੰਡਦਾ ਹੋਵੇ। ਪੰਜਵਾਂ ਸਤਿਗੁਰੂ ਕਹਿੰਦੇ ਧਨਵੰਤ, ਬੜੇ ਧਨ ਦੌਲਤ ਦਾ ਮਾਲਕ ਹੋਵੇ, ਬੜਾ ਪੈਸਾ ਹੋਵੇ। ਫਿਰ ਮੈਂ ਬੇਨਤੀ ਕਰ ਰਿਹਾ, ਹੋ ਨਹੀਂ ਸਕਦਾ ਕਿ ਇਹ 5 ਚੀਜ਼ਾਂ ਕਿਸੇ ਕੋਲ ਹੋਣ। ਗੁਰੂ ਸਾਹਿਬ ਕਹਿੰਦੇ ਹੋਵੇ, ਭਾਵੇਂ 5 ਚੀਜ਼ਾਂ ਵੀ ਹੋਣ, ਜੇ ਇੱਕ ਨਹੀਂ ਹੈ ਨਾ ਤੇ ਉਹ ਮੁਰਦਾ ਹੈ। ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ, ਪਰ ਇੱਕ ਚੀਜ਼ ਕਿਹੜੀ ਹੈ? ਕਹਿੰਦੇ ਮਿਰਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਪ੍ਰਮਾਤਮਾ ਨਾਲ ਪਿਆਰ ਕੋਈ ਨਹੀਂ ਨਾ, ਉਹਦੇ ਨਾਮ ਨੂੰ ਨਹੀਂ ਜਪਦਾ ਤੇ ਆਤਮਿਕ ਮੌਤੇ ਮਰਿਆ ਹੋਇਆ ਹੈ। ਸਾਹਿਬ ਕਹਿੰਦੇ ਚਰਨ ਕਮਲ ਗੁਰ ਕੇ ਜਪਤ, ਹਰ ਜਪ ਹਉ ਜੀਵਾ। ਜਦੋਂ ਉਹਨੂੰ ਮੈਂ ਯਾਦ ਕਰਦਾ ਤੇ ਗੁਰੂ ਸਾਹਿਬ ਮਹਾਰਾਜ ਮੈਨੂੰ ਆਤਮਿਕ ਆਨੰਦ ਮਿਲਦਾ ਹੈ। ਜੇ ਭੁੱਲ ਜਾਣਾ ਮੈਨੂੰ ਆਤਮਿਕ ਮੇਰੀ ਮੌਤ ਹੋ ਜਾਂਦੀ। ਸਤਿਗੁਰੂ ਕਹਿੰਦੇ ਤੂੰ ਵਿਸਰੇ ਤਾਂ ਸਭ ਕੋ ਲਾਗਿਓ, ਚੀਤ ਆਵੇ ਤਾਂ ਸੇਵਾ। ਜਦੋਂ ਤੂੰ ਭੁੱਲ ਜਾਣਾ ਨਾ ਸਾਰੇ ਦੁਸ਼ਮਣ ਬਣ ਜਾਂਦੇ ਆ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਉਹੀ ਲੋਕ ਆਦਰ ਸਤਿਕਾਰ ਕਰਨ ਲੱਗ ਜਾਂਦੇ। ਕਿਰਪਾ ਕਰ ਰਹੇ ਆ ਗੁਰੂ ਸਾਹਿਬ ਮਹਾਰਾਜ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹਉ ਜੀਵਾ। ਪਾਰ ਬ੍ਰਹਮ ਆਰਾਧ ਤੇ, ਮੁਖ ਅੰਮ੍ਰਿਤ ਪੀਵਾ। ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਆਰਾਧਨ ਨਾਲ, ਉਹਦੀ ਭਗਤੀ ਕਰਨ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ, ਉਹਦੀ ਬਾਣੀ ਪੜ੍ਹਨ ਦੇ ਨਾਲ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਤੇ ਮੂੰਹ ਨਾਲ ਫਿਰ ਆਤਮਿਕ ਜੀਵਨ ਦੇਣ ਵਾਲਾ ਮੈਂ ਨਾਮ ਜਲ ਪੀਂਦਾ ਹਾਂ। ਕਿਉਂਕਿ ਜਿਸ ਵੇਲੇ ਬਾਣੀ ਪੜ੍ਹਦੇ ਆ, ਨਾਮ ਸਿਮਰਨ ਮਨੁੱਖ ਕਰਦਾ ਹੈ ਤੇ ਉਸ ਨੂੰ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਉਸ ਪਰਮੇਸ਼ਰ ਦੇ ਨਾਮ ਦੇ ਨਾਲ, ਕਿਉਂਕਿ ਇਸ ਜੀਵਾ ਦੇ ਨਾਲ ਕਿੰਨਾ ਅਸੀਂ ਝੂਠ ਬੋਲਦੇ ਹਾਂ, ਕਿੰਨੀ ਨਿੰਦਾ ਕਰਦੇ ਹਾਂ, ਪਰ ਜਦੋਂ ਇਹਦੇ ਨਾਲ ਨਾਮ ਜਪਿਆ ਜਾਂਦਾ ਹੈ, ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਵੀ ਸੁੱਚੀ ਹੋ ਜਾਂਦੀ। ਸੂਚੀ ਭਈ ਰਸਨਾ, ਨਾਮ ਕਹਿਤ ਗੋਬਿੰਦ ਦਾ। ਨਹੀਂ ਤਾਂ ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਾਰ ਬ੍ਰਹਮ ਆਰਾਧ ਤੇ, ਮੁਖ ਅੰਮ੍ਰਿਤ ਪੀਵਾ। ਰਹਾਉ ਸ਼ਬਦ ਦੇ ਆਰੰਭ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਕਿਰਪਾ ਕਰ ਰਹੇ, ਕਿਉਂਕਿ ਨਾਮ ਵੀ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਤੇ ਉਹਦੇ ਵਾਸਤੇ ਆਲਸ ਪੁਣਾ ਨਹੀਂ ਚਾਹੀਦਾ। ਆਲਸੀ ਬੰਦਾ ਤਾਂ ਕਰੇਗਾ ਨਹੀਂ ਕੁਛ ਕਰ ਸਕਦਾ। ਨਾਮ ਕਰੇਗਾ ਤੇ ਨਾ ਦੂਸਰੇ ਨੂੰ ਕਰਨ ਦੇਗਾ, ਤੇ ਉਹਨੇ ਤਾਂ ਫਿਰ ਇਹੀ ਕਹਿਣਾ ਭਾਈ ਛੱਡੋ ਇਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ।
ਇਹਦੇ ਵਾਸਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਦਮ ਕਰਨਾ ਪਏਗਾ, ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ ਅਸੀਂ ਉਦਮ ਕਰਦੇ ਹਾਂ। ਹੁਣ ਕਿਤੇ ਜਾਣਾ ਹੋਵੇ ਨਾ ਤੇ ਸਾਨੂੰ ਰੇਲਵੇ ਸਟੇਸ਼ਨ ਜਾਣਾ ਹੀ ਪਏਗਾ ਨਾ, ਘਰ ਤਾਂ ਗੱਡੀ ਆਉਣੀ ਕੋਈ ਨਹੀਂ। ਉਹਦੇ ਵਾਸਤੇ ਬੰਦਾ ਫਿਰ ਟਾਈਮ ਨਾਲ ਤਿਆਰ ਹੁੰਦਾ, ਟਾਈਮ ਨਾਲ ਟ੍ਰੇਨ ਤੇ ਪਹੁੰਚਦਾ। ਜੇ ਕਿਤੇ ਬਾਹਰ ਜਾਣਾ ਨਾ, ਹਵਾਈ ਜਹਾਜ਼ ਤੇ ਜਾਣਾ, ਏਅਰਪੋਰਟ ਤੇ 1 ਘੰਟਾ ਪਹਿਲਾਂ ਪਹੁੰਚਣਾ ਪੈਣਾ। ਪਤਾ ਹੈ ਨਾ ਲੇਟ ਹੋ ਗਿਆ ਤਾਂ ਫਿਰ ਪੈਸੇ ਵੀ ਚਲੇ ਜਾਣੇ। ਪੈਸਿਆਂ ਦਾ ਫਿਕਰ ਹੈ ਪਰ ਜੀਵਨ ਦਾ ਫਿਕਰ ਕੋਈ ਨਹੀਂ ਮਨੁੱਖ ਨੂੰ। ਕਹਿੰਦੇ ਉਹਦੇ ਵਾਸਤੇ ਉਦਮ ਕਰ, ਉਦਮ ਕਰ ਤਾਂ ਆਨੰਦ ਪਿਆ, ਸਿਮਰਤ ਸੁਖ ਸਾਰ। ਸਤਿਗੁਰੂ ਕਹਿੰਦੇ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਕਹਿੰਦੇ ਭਲ ਕੇ ਕਹਿੰਦੇ ਕੱਲ ਨੂੰ ਵੀ ਕਿਹਾ ਜਾਂਦਾ ਹੈ, ਭਲ ਕੇ ਅੰਮ੍ਰਿਤ ਵੇਲੇ ਨੂੰ ਵੀ ਆਖਿਆ। ਕਹਿੰਦੇ ਭਲ ਕੇ ਉਠ ਹਰ ਨਾਮ ਤੇ ਆਵੇ, ਪਰ ਕਿਦਾਂ ਉਦਮ ਕਰੇ ਭਲ ਕੇ ਪ੍ਰਵਾਤੀ। ਹੁਣ 2 ਭੁਲੇਖੇ ਕੱਢ ਦਿੱਤੇ, ਉਦਮ ਕਰਨਾ ਪੈਣਾ। ਹੁਣ ਮਨੁੱਖ ਉੱਠਦਾ ਹੈ, ਮੈਂ 4 ਵਜੇ ਉੱਠਣਾ, ਅਲਾਰਮ ਵੀ ਲਾ ਲੈਂਦਾ ਤੇ ਅਲਾਰਮ ਵੱਜਿਆ ਚਲੋ 5 ਮਿੰਟ ਹੋਰ ਸੁਣ ਲਓ, ਪਤਾ ਲੱਗਦਾ ਵੀ 7-8 ਵੱਜ ਗਏ, ਆਲਸੀ ਆ ਗਈ। ਹਾਂ, ਉਦਮ ਕਰਨਾ ਪੈਣਾ। ਬਿਸਤਰਾ ਛੱਡ ਦਿਓ, ਉੱਠ ਕੇ ਸਤਿਗੁਰੂ ਦਾ ਸ਼ੁਕਰ ਕਰੋ, ਆਪਣੇ ਸਰੀਰ ਦੀ ਸੋਧ ਕਰਕੇ ਬਹਿ ਜਾਓ ਸਤਿਗੁਰੂ ਮਹਾਰਾਜ ਜੀ ਬਾਣੀ ਪੜ੍ਹਨ ਵਾਸਤੇ, ਸੰਗਤ ਕਰੋ, ਸੇਵਾ ਕਰੋ, ਉਦਮ ਕਰ ਦਿਓ। ਉਦਮ ਕਰਾਂਗੇ, ਗੁਰੂ ਸਾਹਿਬ ਕਹਿੰਦੇ ਤੈਨੂੰ ਆਨੰਦ ਮਿਲੇਗਾ, ਸਰੂਰ ਆਏਗਾ। ਉਦਮ ਕਰੇਗਾ, ਪਰਮਾਤਮਾ ਵੀ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਮਿਹਨਤ ਤਾਂ ਕਰਨੀ ਪੈਣੀ। ਹਾਂ, ਬਖਸ਼ਿਸ਼ ਉਹਦੀ ਹੈ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਉੱਠਿਆ ਜਾਂਦਾ। ਪਰ ਅਸੀਂ ਆਲਸੀ ਵੀ ਨਹੀਂ ਬਣਨਾ ਕਿ ਚਲੋ ਕੋਈ ਨਹੀਂ ਵਾਹਿਗੁਰੂ ਕਰੇਗਾ, ਪਰਮੇਸ਼ਰ ਕਰੇਗਾ, ਫਿਰ ਨਾਮ ਜਪ ਲਾਂਗੇ, ਫਿਰ ਅੰਮ੍ਰਿਤ ਛਕ ਲਾਂਗੇ। ਉਦਮ ਕਰਨਾ। ਉਦਮ ਕੀ ਹੈ? ਅਰਦਾਸ ਕਰੋ। ਉਦਮ ਕੀ ਹੈ? ਵਿਕਾਰਾਂ ਨੂੰ ਛੱਡੀਏ, ਭੈੜੇ ਕਰਮਾਂ ਨੂੰ ਛੱਡੀਏ ਕਿ ਗੁਰੂ ਮਹਾਰਾਜ ਤੂੰ ਕਿਰਪਾ ਕਰ, ਸਾਨੂੰ ਆਪਣੇ ਨਾਮ ਦੇ ਨਾਲ ਜੋੜ, ਅੰਮ੍ਰਿਤ ਦੀ ਦਾਤ ਦੇ। ਜਦੋਂ ਜਿਹੜੇ ਉਦਮ ਕਰਦੇ ਆ, ਗੁਰੂ ਸਾਹਿਬ ਕਹਿੰਦੇ ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਸਿਮਰਤ ਸੁਖ ਸਾਰ, ਸਾਰ ਦਾ ਇੱਥੇ ਅਰਥ ਹੈ ਸ੍ਰਿਸ਼ਟ, ਸੁੱਖਾਂ ਦਾ ਜਿਹੜਾ ਤੱਤ ਹੈ। ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਤੈਨੂੰ ਸਭ ਤੋਂ ਵੱਧ ਸ੍ਰਿਸ਼ਟ ਸੁੱਖ ਪ੍ਰਾਪਤ ਹੋਏਗਾ। ਉਦਮ ਕਰਤ ਆਨੰਦ ਭਇਆ, ਕਹਿੰਦੇ ਮੈਂ ਵੀ ਪਰਮੇਸ਼ਰ ਦਾ ਨਾਮ ਜਪਣ ਦਾ ਉਦਮ ਕਰਦਾ, ਮਨ ਵਿੱਚ ਸਰੂਰ ਪੈਦਾ ਹੁੰਦਾ ਤੇ ਨਾਮ ਜਪਣ ਦੇ ਨਾਲ ਸਭ ਤੋਂ ਸ੍ਰੇਸ਼ਟ ਸੁੱਖ ਮਿਲਦਾ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਹੁਣ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਮਨ ਵਿੱਚ ਟਿਕ ਜਾਂਦਾ। ਕਦੋਂ? ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ। ਵਾਰ-ਵਾਰ ਕਿਉਂ ਜਪਣਾ ਹੈ? ਕਿਉਂਕਿ ਉਹਦੇ ਗੁਣ ਕਹਿਣ ਦੇ ਨਾਲ ਉਹਦੇ ਗੁਣ ਸਾਡੇ ਅੰਦਰ ਸਮਾ ਜਾਣ। ਸਤਿਗੁਰੂ ਕਹਿੰਦੇ ਨਾ, ਗੁਣ ਕਹੈ ਗੁਣੀ ਸਮਾਵਣਿਆ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਹ ਸਾਰੇ ਗੁਣਾਂ ਨਾਲ ਭਰਪੂਰ ਜਿਹੜੀ ਹੈ ਨਾ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ, ਉਹ ਸਾਡੇ ਮਨ ਵਿੱਚ ਟਿਕ ਜਾਂਦੀ ਹੈ। ਉਹਦੇ ਵਾਸਤੇ ਕੀ ਕਰਨਾ? ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋਂ ਜੀਵਾ, ਭਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾਉ। ਜੀ ਜਾਨਤ ਸਭ ਸੁਖ ਵਸੇ, ਸਭ ਕੇ ਮਨ ਲੋਚਾ। ਹੁਣ ਪ੍ਰਮਾਤਮਾ ਦੀ ਜਿਹੜਾ ਆਰਾਧਨਾ ਕਰਦਾ ਨਾ, ਤੇ ਜਿਹੜੇ ਕਰਦੇ ਆ, ਗੁਰੂ ਸਾਹਿਬ ਕਹਿੰਦੇ ਸਾਰੇ ਜੀਵ ਜੰਤ ਆਤਮਿਕ ਆਨੰਦ ਵਿੱਚ ਲੀਨ ਹੋ ਜਾਂਦੇ। ਜੀ ਜਾਨਤ ਸਭ ਸੁਖ ਵਸੇ। ਦੇਖੋ ਇੱਥੇ ਸੁੱਖ ਦੇ ਖੱਖੇ ਨੂੰ ਸਿਆਰੀ, ਉਹਨਾਂ ਦੇ ਮਨ ਦੇ ਵਿੱਚ ਸੁੱਖ ਪੈਦਾ ਹੁੰਦਾ ਹੈ, ਉਹ ਆਤਮਿਕ ਆਨੰਦ ਦੇ ਵਿੱਚ ਲੀਨ ਹੋ ਜਾਂਦੇ ਆ। ਜੀ ਜੰਤ ਸਭ ਸੁਖ ਵਸੇ, ਸਭ ਕੇ ਮਨ ਲੋਚ। ਸਭਨਾਂ ਦੇ ਮਨ ਵਿੱਚ ਪ੍ਰਭੂ ਨਾਮ ਸਿਮਰਨ ਦੀ, ਪ੍ਰਮਾਤਮਾ ਦੀ ਭਗਤੀ ਦੀ ਤਾਂਘ ਪੈਦਾ ਹੋਈ ਰਹਿੰਦੀ ਹੈ। ਪਰ ਉਪਕਾਰ ਨਿਤ ਚਿਤ ਵਤੇ, ਨਾਹੀ ਕਛ ਪੋਚ। ਜਦੋਂ ਉਦਮ ਕਰਾਂਗੇ, ਨਾਮ ਜਪਾਂਗੇ, ਪਰਮੇਸ਼ਰ ਦੇ ਗੁਣ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਤੇ ਜਿਹੜਾ ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਸਦਾ ਦੂਜਿਆਂ ਲਈ ਭਲਾਈ ਦੇ ਕਰਮ ਕਰਦਾ ਹੈ।
ਭਲਾ ਸੋਚਦਾ ਹੈ, ਕੰਮ ਉਹਨਾਂ ਦਾ ਵੀ ਭਲਾ ਸੋਚਦਾ, ਆਪਣਾ ਤਾਂ ਸੋਚਦਾ ਹੈ, ਦੂਸਰੇ ਦਾ ਵੀ ਸੋਚਦਾ। ਵੈਸੇ ਵੀ ਸਿੱਖ ਦਾ ਜੀਵਨ ਹੈ, ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ, ਬਹੁਤ ਵੱਡੀ ਰਹਿਮਤ ਕੀਤੀ ਹੈ ਦੁਨੀਆ ਦੇ ਵਿੱਚ। ਸਾਰੇ ਧਰਮ ਮੁਬਾਰਕ ਹੈ, ਪਰ ਜਿਹੜੀ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਨਾ, ਕੋਈ ਭਲਾ ਆਪਣਾ ਮੰਗਦਾ ਹੈ, ਕੋਈ ਆਪਣੇ ਪਰਿਵਾਰ ਦਾ ਭਲਾ ਮੰਗਦਾ ਹੈ, ਕੋਈ ਆਪਣੇ ਸ਼ਹਿਰ ਦਾ ਭਲਾ ਮੰਗਦਾ ਹੈ, ਕੋਈ ਆਪਣੇ ਦੇਸ਼ ਦਾ ਭਲਾ ਮੰਗਦਾ ਹੈ। ਪਰ ਧੰਨ ਹੈ ਗੁਰਸਿੱਖੋ, ਜਿਹੜੇ ਸਾਰੇ ਸੰਸਾਰ ਦਾ ਭਲਾ ਮੰਗਦਾ ਹੈ ਤੇ ਆਖਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚਾ। ਜਦੋਂ ਅਸੀਂ ਭਲਾਈ ਕਰਾਂਗੇ, ਪਰ ਉਪਕਾਰ ਕਰਾਂਗੇ, ਤੇ ਕਦੇ ਵੀ ਜਿਹੜੇ ਮਨ ਦੇ ਵਿੱਚ ਵਿਕਾਰ ਜਿਹੜੇ ਆ, ਪਾਪ ਹੈ, ਉਹ ਅਸਰ ਨਹੀਂ ਪਾ ਸਕਦੇ। ਧਨ ਸੋ ਥਾਨ ਵਸੰਤ ਧਨ, ਜੈ ਜਪੀਏ ਨਾ। ਕਿਉਂਕਿ ਉਹ ਹਿਰਦਾ ਘਰ ਇੰਨਾ ਨਿਰਮਲ ਹੋ ਜਾਂਦਾ ਹੈ, ਇੰਨਾ ਨਿਰਮਾਣਤਾ ਦੇ ਵਿੱਚ ਆ ਜਾਂਦਾ, ਇੰਨਾ ਪਵਿੱਤਰ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਜਿੱਥੇ ਪਰਮੇਸ਼ਰ ਦਾ ਨਾਮ ਜਪਦੇ ਆ, ਧਨ ਸੋ ਥਾਨ ਵਸਤ ਧਨ, ਉਹ ਥਾਂ ਭਾਗਾਂ ਵਾਲੀ ਹੋ ਜਾਂਦੀ ਹੈ। ਕਿਹੜੀ? ਜੇ ਹੈ ਜਪੀਏ ਨਾਮ, ਜਿੱਥੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ। ਕਥਾ ਕੀਰਤਨ ਹਰ ਅਤ ਘਣਾ, ਸੁਖ ਸਹਿਜ ਵਿਸ਼ਰਾਮ। ਕਿਉਂਕਿ ਜਿਸ ਥਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਵਾਰਤਾ, ਪ੍ਰਭੂ ਦੀ ਸਿਫਤ ਸਲਾਹ, ਕੀਰਤਨ ਦਾ ਅਰਥ ਹੁੰਦਾ ਸਿਫਤ ਸਲਾਹ, ਕਿਹਦੀ ਕਰਨੀ ਹੈ? ਸਤਿਗੁਰੂ ਦੀ ਕਰਨੀ ਹੈ। ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਰਹੇ ਨਾ, ਉਹ ਥਾਂ ਆਤਮਿਕ ਆਨੰਦ ਦਾ, ਆਤਮਿਕ ਅਡੋਲਤਾ ਦਾ ਟਿਕਾਣਾ ਬਣ ਜਾਂਦਾ ਹੈ। ਕਥਾ ਕੀਰਤਨ ਹਰ ਅਤ ਘਣਾ, ਸੁਖ ਸਹਿਜ ਵਿਸਰਾ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਉਹ ਪਰਮੇਸ਼ਰ ਜਿਹੜਾ ਹੈ ਨਾ, ਨਿਖਸਮਿਆਂ ਦਾ ਖਸਮ ਹੈ। ਤੇ ਇਸ ਵਾਸਤੇ ਅਰਦਾਸ ਵਿੱਚ ਸਿੱਖ ਕਰਦਾ ਹੈ ਕਿ ਇਹ ਪਰਮੇਸ਼ਰ ਕਿਰਪਾ ਕਰ, ਤੂੰ ਮੇਰੇ ਮਨ ਤੋਂ ਕਦੇ ਵੀ ਨਾ ਭੁੱਲੇ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਨਾਨਕ ਪ੍ਰਭ ਸਰਨਾਗਤੀ, ਜਾਂ ਕੇ ਸਭ ਕਿਛ ਹਾਥ। ਕਹਿੰਦੇ ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਆ, ਜਿਹਦੇ ਹੱਥ ਵਿੱਚ ਸਭ ਕੁਝ ਹੈ। ਉਸ ਤੋਂ ਬਗੈਰ ਕੁਛ ਵੀ ਨਹੀਂ ਹੈ। ਵੈਸੇ ਨਾ ਮਨੁੱਖ ਸੋਚਦਾ ਮੇਰੇ ਹੱਥ ਵਿੱਚ ਬਹੁਤ ਕੁਛ ਹੈ, ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਲਾਂਗਾ, ਮੈਂ ਆਹ ਕੀਤਾ, ਮੈਂ ਉਹ ਕਰ ਦਿਆਂਗਾ। ਗੁਰੂ ਸਾਹਿਬ ਕਹਿੰਦੇ ਭਾਈ ਇਹਦੇ ਹੱਥ ਵਿੱਚ ਕੁਛ ਵੀ ਨਹੀਂ ਹੈ। ਮਨੁੱਖ ਦੇ ਹੱਥ ਵਿੱਚ ਹੋਵੇ ਨਾ ਗੁਰੂ ਸੰਗਤ ਜੀ, ਤੇ ਦੂਸਰੇ ਬੰਦੇ ਨੂੰ ਭੁੱਖਾ ਮਾਰ ਦੇਵੇ, ਸਾਹਿਬ ਕਹਿੰਦੇ ਭਾਈ ਇਸਕੇ ਹਾਥ ਹੋਏ ਤਾਂ ਸਭ ਕਿਸ ਲੈ। ਪਰ ਹੁੰਦਾ ਕੀ ਹੈ? ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੇ। ਹਾਂ, ਜਿਹਦੇ ਉੱਪਰ ਉਹ ਹੱਥ ਰੱਖ ਦਿੰਦਾ ਨਾ, ਤੇ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ। ਮੇਰੇ ਹੀ ਅਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮੱਥ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਸਤਿਗੁਰੂ ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਆ, ਜਿਹਦੇ ਹੱਥ ਵਿੱਚ ਸਭ ਕੁਝ ਹੈ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਨਾਨਕ ਪ੍ਰਭ ਸਰਨਾਗਤੀ, ਜਾਂ ਕੇ ਸਭ ਕਿਛ ਹਾਥ। ਉਹਦੇ ਹੱਥ ਵਿੱਚ ਸਭ ਕੁਝ ਹੈ। ਇਸ ਕਰਕੇ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਸਾਨੂੰ ਆਤਮਿਕ ਆਨੰਦ ਮਿਲ ਜਾਏ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾ। ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾ। ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਪਿਆਰਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਹੋ ਸਕੇ ਜੋ ਵਿਚਾਰ ਸਾਡੇ ਮਨ ਦੇ ਵਿੱਚ ਲੱਗੇ, ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ, ਕਿਉਂਕਿ ਸਤਿਗੁਰੂ ਨੇ ਸਾਨੂੰ ਵਿਚਾਰ ਦਾ ਧਰਮ ਦਿੱਤਾ ਹੈ। ਜੇ ਅਸੀਂ ਵਿਚਾਰ ਦੇ ਨਾਲ ਜੁੜਦੇ ਹਾਂ, ਬਹੁਤ ਵੱਡੀ ਗੁਰੂ ਮਹਾਰਾਜ ਦੀ ਰਹਿਮਤ ਸਾਡੇ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਅੱਜ ਦਾ ਜਿਹੜਾ ਸਮਾਂ ਹੈ, ਲੋਕਾਂ ਨੇ ਸਾਨੂੰ ਗਿਣਤੀ ਦੇ ਵਿੱਚ ਲਾ ਦਿੱਤਾ। ਅਸੀਂ ਉਹਦੇ ਵਿੱਚ ਲੱਗੇ ਹਾਂ ਮਾਫ ਕਰਨਾ। ਬਾਣੀ ਪੜ੍ਹਨੀ ਕੋਈ ਪਾਪ ਨਹੀਂ ਹੈ, ਪਰ ਬਾਣੀ ਸਾਨੂੰ ਸਮਝ ਵੀ ਆਵੇ ਨਾ। 11 ਪਾਠ ਕਰ ਲਏ, 21 ਪਾਠ ਕਰ ਲਏ, ਅਸੀਂ ਗਿਣਤੀ ਦੇ ਵਿੱਚ ਲੱਗੇ। ਸਤਿਗੁਰੂ ਕਹਿੰਦੇ ਵਿਚਾਰ ਨਾਲ ਜੁੜ। ਜਦੋਂ ਵਿਚਾਰੇਗਾ ਤੇ ਦੇਖੀ ਆਨੰਦ ਕਿੰਨਾ ਜੀਵਨ ਦੇ ਵਿੱਚ ਆਏਗਾ। ਉਹ ਤੋਂ ਬਿਨਾਂ ਰਹਿ ਨਹੀਂ ਸਕੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜਿਹੜੇ ਆ 1430 ਅੰਕ ਜਿਹੜੇ ਆ, ਇਹਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਜੀਵਨ ਨੂੰ ਘੜਨ ਦੀ ਜਿਹੜੀ ਹੈ ਜੁਗਤੀ ਦੱਸੀ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਪਿਆਰੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।